गुड मॉर्निंग स्टूडेंट्स। फर्स्ट ਆਪਾਂ यूनिट स्टार्ट ਕਰਨ ਜਾ ਰਹੇ ਹਾਂ ਫਿਜ਼ੀਕਲ ਵਰਡ ਐਂਡ ਮੈਜ਼ਰਮੈਂਟ। ਇਸ ਦੇ ਵਿੱਚ ਤੁਹਾਡੇ ਕੋਲੇ ਫਸਟ ਚੈਪਟਰ ਹੈ ਦਾ ਨੇਮ ਹੈਗਾ ਫਿਜ਼ੀਕਲ ਵਰਡ। ਫਿਜ਼ੀਕਲ ਵਰਡ ਦੇ ਵਿੱਚ ਪਹਿਲਾਂ ਤੁਹਾਡੇ ਕੋਲੇ ਕੀ ਹੈ, ਫਸਟ ਡੈਫੀਨੇਸ਼ਨ ਹੈਗੀ ਹੈ ਫਿਜ਼ਿਕਸ। ਵਟ ਇਜ਼ ਅ ਫਿਜ਼ਿਕਸ? ਫਿਜ਼ਿਕਸ ਇਜ਼ ਦ ਬ੍ਰਾਂਚ ਆਫ ਸਾਇੰਸ ਡੀਲਿੰਗ ਵਿਦ ਦ ਨੇਚਰ ਐਂਡ ਨੈਚੁਰਲ ਫਿਨੋਮੀਨਾ। ਜਿਹੜੀ ਮਤਲਬ ਆਪਣੇ ਕੋਲੇ ਬ੍ਰਾਂਚ ਸਾਇੰਸ ਦੀ ਬ੍ਰਾਂਚ, ਠੀਕ ਹੈ, ਜਿਹੜੀ ਆਪਣੇ ਕੋਲੇ ਨੇਚਰ ਦੇ ਨਾਲ ਡੀਲ ਕਰਦੀ ਹੈ ਅਤੇ ਨੈਚੁਰਲ ਫਿਨੋਮੀਨਾ ਜਿਹੜਾ ਵੀ ਕੁਛ ਆਪਣੇ ਆਲੇ ਦੁਆਲੇ ਹੋ ਰਿਹਾ ਉਸ ਦੇ ਨਾਲ ਜਿਹੜੀ ਬ੍ਰਾਂਚ ਹੈ ਸਾਇੰਸ ਦੀ ਡੀਲ ਕਰ ਰਹੀ ਹੈ ਉਸਨੂੰ ਆਪਾਂ ਕੀ ਕਹਿ ਰਹੇ ਹਾਂ, ਫਿਜ਼ਿਕਸ। ਠੀਕ ਹੈ, ਹੁਣ ਆਪਣੇ ਕੋਲੇ ਕੀ ਹੈ, ਤੁਹਾਡੇ ਕੋਲੇ ਜਿਹੜੀ ਨੇਚਰ ਹੈ, ਨੇਚਰ ਦੇ ਵਿੱਚ ਕੀ ਹੈ, ਬਹੁਤ ਜ਼ਿਆਦਾ ਲਾਰਜ ਨੰਬਰ ਆਫ ਫੋਰਸਿਸ ਹੈਗੀਆਂ ਜਿਹੜੀਆਂ ਉਹ ਐਕਟ ਕਰ ਰਹੀਆਂ। ਠੀਕ ਹੈ, ਬਟ ਆਪਾਂ ਜਿਹੜੀ ਸਟੱਡੀ ਕਰਨੀ ਹੈ ਉਹ ਕੀ ਕਰਨੀ ਹੈ, 4 ਫੰਡਾਮੈਂਟਲ ਫੋਰਸਿਸ ਇਨ ਨੇਚਰ। ਆਪਾਂ ਕੀ ਹੈ, ਮਤਲਬ 4 ਫੰਡਾਮੈਂਟਲ ਫੋਰਸਿਸ ਪੜ੍ਹਾਂਗੇ। ਉਸ ਦੇ ਵਿੱਚ ਕੀ ਹੈ, ਜਿੰਨੀਆਂ ਵੀ ਆਪਣੇ ਕੋਲੇ ਨੇਚਰ ਦੇ ਵਿੱਚ ਫੋਰਸਿਸ ਐਕਟ ਕਰ ਰਹੀਆਂ, ਕਿਸੇ ਨਾ ਕਿਸੇ ਪਾਰਟ ਦੇ ਅੰਡਰ ਕੀ ਹੈ ਉਹ ਫੋਰਸ ਆ ਜਾਏਗੀ ਆਪਣੇ ਕੋਲੇ। ਹੁਣ ਫਸਟ ਆਪਣੇ ਕੋਲੇ ਫੋਰਸ ਦਾ ਨੇਮ ਹੈਗਾ, ਤੁਹਾਡੇ ਕੋਲੇ 4 ਫੰਡਾਮੈਂਟਲ ਫੋਰਸਿਸ ਹੈ। ਗ੍ਰੈਵੀਟੇਸ਼ਨ ਫੋਰਸ, ਵੀਕ ਫੋਰਸ, ਥਰਡ ਹੈਗੀ ਇਲੈਕਟ੍ਰੋਮੈਗਨੈਟਿਕ ਫੋਰਸ ਐਂਡ ਫੋਰਥ ਹੈਗੀ ਨਿਊਕਲੀਅਰ ਫੋਰਸ। ਇਹਨਾਂ ਚਾਰਾਂ ਦੇ ਅੰਡਰ ਕੀ ਹੈ, ਆਪਣੀ ਕੀ ਹੈ, ਕੋਈ ਵੀ ਫੋਰਸ ਆ ਜਾਏਗੀ। ਹੁਣ ਆਪਾਂ ਨੇਚਰ ਦੀ ਗੱਲ ਕਰੀਏ, ਨੇਚਰ ਦੇ ਵਿੱਚ ਸਪੋਜ਼ ਤੁਹਾਡੇ ਕੋਲ 100 ਫੋਰਸਿਸ ਹੈ। ਠੀਕ ਹੈ, ਲਾਰਜ ਨੰਬਰ ਆਫ ਫੋਰਸਿਸ ਐਕਟ ਕਰ ਰਹੀਆਂ। ਹੁਣ ਇਹਨਾਂ ਦੇ ਅੰਡਰ ਕੀ ਹੈ, ਉਹ ਆਪਣੇ ਕੋਲੇ ਫੋਰਸ ਆਪਾਂ ਸਟੱਡੀ ਕਰ ਸਕਦੇ ਹਾਂ। ਫਸਟ ਹੈਗੀ ਆਪਣੇ ਕੋਲੇ ਗ੍ਰੈਵੀਟੇਸ਼ਨਲ ਫੋਰਸ। ਠੀਕ ਹੈ, ਫਸਟ ਫੋਰਸ ਹੈਗੀ ਹੈ ਗ੍ਰੈਵੀਟੇਸ਼ਨਲ ਫੋਰਸ। ਹੁਣ ਆਪਣੇ ਕੋਲੇ ਗ੍ਰੈਵੀਟੇਸ਼ਨ ਜਿਹੜੀ ਫੋਰਸ ਹੈ ਉਹ ਕੀ ਹੈ, ਇਟ ਇਜ਼ ਅ ਫੋਰਸ ਆਫ ਅਟਰੈਕਸ਼ਨ ਬਿਟਵੀਨ 2 ਆਬਜੈਕਟਸ ਡਿਊ ਟੂ ਦੇਅਰ ਮਾਸਿਸ। ਆਪਣੇ ਕੋਲੇ 2 ਆਬਜੈਕਟ ਹੈ, 2 ਆਬਜੈਕਟ ਦਾ ਕੀ ਹੈ, ਮਾਸਿਸ ਹੈ। ਠੀਕ ਹੈ, 2 ਆਬਜੈਕਟ ਦਾ ਕੁਛ ਨਾ ਕੁਛ ਮਾਸਿਸ ਹੈ। ਉਹਨਾਂ ਦੇ ਵਿਚਕਾਰ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਉਹ ਤੁਹਾਡੇ ਕੋਲੇ ਕੀ ਹੈ, ਗ੍ਰੈਵੀਟੇਸ਼ਨਲ ਫੋਰਸ ਹੈ। ਹੁਣ ਸਪੋਜ਼ ਇਹ ਵਾਲਾ ਤੁਹਾਡੇ ਕੋਲੇ ਕੀ ਹੈ, ਫਸਟ ਮਾਸ ਹੈ, ਸਪੋਜ਼ m1, ਇਹ ਹੈਗਾ ਤੁਹਾਡੇ ਕੋਲੇ ਸੈਕਿੰਡ ਮਾਸ m2। ਅਗਰ ਇਹਨਾਂ ਦੇ ਵਿਚਕਾਰ ਦਾ ਡਿਸਟੈਂਸ ਆਪਾਂ ਦੇਖੀਏ, ਸਪੋਜ਼ ਉਸ ਦੀ ਵੈਲਿਊ ਤੁਹਾਡੇ ਕੋਲੇ ਕਿੰਨੀ ਹੈਗੀ ਹੈ, r। ਠੀਕ ਹੈ, 2 ਆਬਜੈਕਟ ਹੈ, ਦੋਨਾਂ ਦਾ ਕੁਛ ਨਾ ਕੁਛ ਮਾਸਿਸ ਹੈ। ਇਹਨਾਂ ਦੇ ਵਿਚਕਾਰ ਜਿਹੜੀ ਫੋਰਸ ਲੱਗ ਰਹੀ ਹੈ ਉਹ ਤੁਹਾਡੇ ਕੋਲ ਕੀ ਹੈ, ਫੋਰਸ ਆਫ ਅਟਰੈਕਸ਼ਨ ਹੈ, ਮਤਲਬ ਗ੍ਰੈਵੀਟੇਸ਼ਨਲ ਫੋਰਸ ਹੈ। ਹੁਣ ਗ੍ਰੈਵੀਟੇਸ਼ਨ ਜਿਹੜੀ ਫੋਰਸ ਹੈ ਆਪਣੇ ਕੋਲੇ ਉਹ ਕੀ ਹੈ, ਡਾਇਰੈਕਟਲੀ ਪ੍ਰਪੋਰਸ਼ਨ ਟੂ ਦਾ ਪ੍ਰੋਡਕਟ ਆਫ ਦੇਅਰ ਮਾਸਿਸ m1 into m2 and inversely proportional to the square of distance between them। ਠੀਕ ਹੈ, ਜਿੰਨਾ ਉਹਨਾਂ ਦੇ ਵਿਚਕਾਰ ਡਿਸਟੈਂਸ ਹੈ ਉਸ ਦੀ ਆਪਾਂ ਕੀ ਕਰਾਂਗੇ, ਸਕੇਅਰ। ਦਿਸ ਇਜ਼ ਅ ਫਸਟ ਇਕੁਏਸ਼ਨ ਐਂਡ ਦਿਸ ਇਜ਼ ਅ ਸੈਕਿੰਡ ਇਕੁਏਸ਼ਨ। ਆਪਾਂ ਦੋਨੋਂ ਇਕੁਏਸ਼ਨਸ ਨੂੰ ਕੀ ਹੈ, ਕੰਬਾਈਨ ਕਰਾਂਗੇ। ਕੰਬਾਈਨ ਕਰਨ ਤੋਂ ਬਾਅਦ ਹੁਣ ਫੋਰਸ ਹੈ ਜਿਹੜੀ ਉਹ ਕੀ ਹੈ, m1 m2 ਅਪੋਨ r ਸਕੇਅਰ। ਇਹ ਵਾਲੀ ਵੈਲਿਊ ਆ ਗਈ ਦੋਨਾਂ ਨੂੰ ਕੰਬਾਈਨ ਕਰਨ ਤੋਂ ਬਾਅਦ। ਹੁਣ ਆਪਾਂ ਕੀ ਹੈ, ਡਾਇਰੈਕਟਲੀ ਪ੍ਰਪੋਰਸ਼ਨ ਦਾ ਸਾਈਨ ਹਟਾਵਾਂਗੇ। ਦੈਨ ਆਪਾਂ ਕੀ ਲਿਖਾਂਗੇ, f ਇਜ਼ ਇਕਸ ਟੂ g m1 m2 ਅਪੋਨ r ਸਕੇਅਰ, ਵੇਅਰ g ਕੀ ਆਪਣੇ ਕੋਲੇ ਯੂਨੀਵਰਸਲ ਫੋਰਸ, ਯੂਨੀਵਰਸਲ ਕੌਂਸਟੈਂਟ ਆਫ ਗ੍ਰੈਵੀਟੇਸ਼ਨ। ਠੀਕ ਹੈ, ਯੂਨੀਵਰਸਲ constant of gravitation। ਤੇ ਜਿਹੜਾ ਆਪਣੇ ਕੋਲੇ ਇਸ ਨੂੰ ਹਮੇਸ਼ਾ ਆਪਾਂ ਕੈਪੀਟਲ G ਹੀ ਲਿਖਾਂਗੇ। ਕੈਪੀਟਲ G ਦੀ ਜਿਹੜੀ ਵੈਲਿਊ ਆ ਉਹ ਤੁਹਾਡੇ ਕੋਲੇ ਕਿੰਨੀ ਹੈ, 6.6। G ਇਜ਼ ਇਕਸ ਟੂ ਕਿੰਨਾ ਹੈ, 6.6 ਇੰਟੂ 10⁻⁻11 ਨਿਊਟਨ ਮੀਟਰ ਸਕੇਅਰ ਪਰ ਕਿਲੋਗ੍ਰਾਮ ਸਕੇਅਰ। ਠੀਕ ਹੈ, ਇਸ ਦੀ ਵੈਲਿਊ ਹੈ SI ਸਿਸਟਮ ਦੇ ਵਿੱਚ। ਹੁਣ ਆਪਣੇ ਕੋਲ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੈ ਉਸਦੇ ਕੀ ਹੈ, ਕੁਛ ਪ੍ਰੋਪਰਟੀਜ਼ ਹੈ। ਫਸਟ ਤਾਂ ਆਪਣੇ ਕੋਲ ਕੀ ਹੈ, ਗ੍ਰੈਵੀਟੇਸ਼ਨ ਜਿਹੜੀ ਫੋਰਸ ਹੈ ਉਹ ਕੀ ਹੈ, ਇਨਵਰਸ ਸਕੇਅਰ ਲਾਅ ਨੂੰ ਫੋਲੋ ਕਰ ਰਹੀ ਹੈ, ਓਬੇ ਕਰੇਗੀ ਆਪਣੇ ਕੋਲੇ, ਓਬੇ ਇਨਵਰਸ ਸਕੇਅਰ ਲਾਅ। ਠੀਕ ਹੈ, ਫਸਟ ਪ੍ਰੋਪਰਟੀ ਹੈ। ਸੈਕਿੰਡ ਪ੍ਰੋਪਰਟੀ ਆਪਣੇ ਕੋਲੇ ਕੀ ਹੈ, ਹਮੇਸ਼ਾ ਕੀ ਹੈ, ਅਟਰੈਕਟਿਵ ਇਨ ਨੇਚਰ, ਹਮੇਸ਼ਾ ਆਪਣੇ ਕੋਲੇ ਅਟਰੈਕਟਿਵ ਇਨ ਨੇਚਰ ਹੈ। ਥਰਡ ਆਪਣੇ ਕੋਲੇ ਪ੍ਰੋਪਰਟੀ ਕੀ ਹੈ, ਲੌਂਗ ਰੇਂਜ ਫੋਰਸ ਹੈ। ਠੀਕ ਹੈ, ਲੌਂਗ ਰੇਂਜ ਫੋਰਸ ਇਹ ਐਕਸਟੈਂਡ ਹੋ ਸਕਦੀ ਹੈ ਅਪ ਟੂ ਇਨਫਿਨਿਟੀ ਤੱਕ। ਅਤੇ ਫੋਰਥ ਆਪਣੇ ਕੋਲੇ ਪ੍ਰੋਪਰਟੀ ਹੈਗੀ ਹੈ, ਇਹ ਆਪਣੇ ਕੋਲ ਇੱਕ ਤਰ੍ਹਾਂ ਦੀ ਸੈਂਟਰਲ ਫੋਰਸ ਹੈ। ਠੀਕ ਹੈ, ਕੀ ਹੈ, ਸੈਂਟਰਲ ਫੋਰਸ ਹੈ।
ਸੈਕਿੰਡ ਤੁਹਾਡੇ ਕੋਲੇ ਜਿਹੜੀ ਆਪਣੇ ਕੋਲੇ ਫੰਡਾਮੈਂਟਲ ਫੋਰਸ ਆ ਜਾਂਦੀ ਹੈ ਉਹ ਕੀ ਹੈਗੀ ਹੈ ਵੀਕ ਫੋਰਸ। ਵੀਕ ਫੋਰਸ। ਹੁਣ ਜਿਹੜੀ ਆਪਣੇ ਕੋਲੇ ਵੀਕ ਫੋਰਸ ਹੈ ਉਹ ਤੁਹਾਡੇ ਕੋਲੇ ਕੀ ਹੈ ਐਲੀਮੈਂਟਰੀ ਜਿਹੜੇ ਪਾਰਟੀਕਲਸ ਹੈ ਉਹਨਾਂ ਦੇ ਵਿੱਚ ਲੱਗਦੀ ਹੈ। ਐਲੀਮੈਂਟਰੀ ਪਾਰਟੀਕਲਸ ਦੀ ਐਗਜ਼ਾਮਪਲ ਜਿਵੇਂ ਤੁਹਾਡੇ ਕੋਲੇ ਇਲੈਕਟ੍ਰੋਨ ਹੋ ਗਏ, ਮਿਊਨਸ ਹੋ ਗਏ, ਨਿਊਟਰੀਨੋ ਹੈਗੇ ਹੈ, ਠੀਕ ਹੈ, ਨਿਊਟਰੀਨੋਜ਼ ਹੋ ਗਏ, ਐਂਟੀ ਨਿਊਟਰੀਨੋ ਹੈ, ਉਹਨਾਂ ਦੇ ਵਿਚਕਾਰ ਜਿਹੜੀ ਆਪਣੇ ਕੋਲੇ ਫੋਰਸ ਲੱਗ ਰਹੀ ਹੈ ਉਹ ਤੁਹਾਡੀ ਕਿਹੜੀ ਹੈਗੀ ਹੈ ਵੀਕ ਫੋਰਸ। ਅਗਰ ਫੋਰ ਐਗਜ਼ਾਮਪਲ ਆਪਾਂ ਬੀਟਾ ਡੀਕੇ ਦੀ ਗੱਲ ਕਰ ਰਹੇ ਹਾਂ, ਬੀਟਾ ਡੀਕੇ, ਠੀਕ ਹੈ, ਬੀਟਾ ਡੀਕੇ ਦੇ ਵਿੱਚ ਕੀ ਹੈ ਜਿਹੜਾ ਆਪਣਾ ਨਿਊਕਲੀਅਸ ਹੈ, ਠੀਕ ਹੈ, ਨਿਊਟਰਨ ਹੈ ਜਿਹੜਾ ਇਨਸਾਈਡ ਦਾ ਨਿਊਕਲੀਅਸ ਉਹ ਚੇਂਜ ਹੋ ਰਿਹਾ ਪ੍ਰੋਟੋਨ ਦੇ ਵਿੱਚ, ਚੇਂਜ ਹੋ ਰਿਹਾ ਪ੍ਰੋਟੋਨ ਦੇ ਵਿੱਚ, ਅਤੇ ਉਸ ਦੇ ਨਾਲ ਆਪਣੇ ਕੋਲ ਕੀ ਹੈ ਇੱਕ ਇਲੈਕਟ੍ਰੋਨ ਇਮਿਟ ਹੋ ਰਿਹਾ, ਅਤੇ ਸੈਕਿੰਡ ਆਪਣੇ ਕੋਲ ਕੀ ਹੈ ਇੱਕ ਅਨਚਾਰਜ ਪਾਰਟੀਕਲ ਜਿਸ ਨੂੰ ਆਪਾਂ ਕਿਸ ਦਾ ਨਾਮ ਦੇ ਰਹੇ ਹਾਂ ਐਂਟੀ ਨਿਊਟਰੀਨੋ ਦਾ। ਇਹ ਬੀਟਾ ਡੀਕੇ ਦੀ ਆਪਣੇ ਕੋਲ ਐਗਜ਼ਾਮਪਲ ਹੈ, ਠੀਕ ਹੈ। ਇਸ ਦੇ ਵਿੱਚ ਕੀ ਹੈ ਆਪਣੀ ਦੋ ਪਾਰਟੀਕਲਸ ਕੀ ਹੋਣਗੇ ਐਗਜ਼ੈਕਟਲੀ ਓਵਰਲੈਪ ਕਰ ਜਾਣਗੇ ਇੱਕ ਦੂਜੇ ਨਾਲ। ਇਸ ਦੀ ਜਿਹੜੀ ਆਪਣੇ ਕੋਲ ਪ੍ਰੋਪਰਟੀ ਹੈ ਵੀਕ ਫੋਰਸ ਦੀ, ਫਸਟ ਪ੍ਰੋਪਰਟੀ ਕੀ ਹੈ ਆਪਣੇ ਕੋਲ, ਫਸਟ ਤਾਂ ਹੈਗੀ ਹੈ ਸ਼ਾਰਟ ਰੇਂਜ ਫੋਰਸ, ਠੀਕ ਹੈ, ਸ਼ਾਰਟ ਰੇਂਜ ਫੋਰਸ ਹੈ, ਅਤੇ ਸੈਕਿੰਡ ਆਪਣੇ ਕੋਲ ਕੀ ਹੈ ਜਿਹੜੀ ਆਪਾਂ ਫਸਟ ਪੜ੍ਹੀ ਹੈ ਗ੍ਰੈਵੀਟੇਸ਼ਨਲ ਫੋਰਸ, ਉਸ ਦੇ ਨਾਲੋਂ 10⁻25 ਟਾਈਮਸ ਸਟਰੋਂਗਰ ਫੋਰਸ ਹੈ, 25 ਟਾਈਮਸ ਸਟਰੋਂਗਰ ਫੋਰਸ ਹੈ, ਸਟਰੋਂਗਰ ਫੋਰਸ ਹੈ ਦੈਨ ਗ੍ਰੈਵੀਟੇਸ਼ਨਲ ਫੋਰਸ ਦੇ ਨਾਲ। ਥਰਡ ਆਪਣੇ ਕੋਲ ਜਿਹੜੀ ਫੰਡਾਮੈਂਟਲ ਫੋਰਸ ਆ ਜਾਂਦੀ ਹੈ ਉਸ ਦਾ ਨੇਮ ਹੈਗਾ ਇਲੈਕਟ੍ਰੋਮੈਗਨੈਟਿਕ ਫੋਰਸ, ਠੀਕ ਹੈ, ਇਲੈਕਟ੍ਰੋਮੈਗਨੈਟਿਕ ਫੋਰਸ। ਇਹ ਜਿਹੜੀ ਆਪਣੇ ਕੋਲ ਇਲੈਕਟ੍ਰੋਮੈਗਨੈਟਿਕ ਫੋਰਸ ਹੈ, ਠੀਕ ਹੈ, ਇਸ ਦੇ ਵਿੱਚ ਕੀ ਹੈ ਇਲੈਕਟ੍ਰਿਕ ਇਫੈਕਟ ਵੀ ਆ ਸਕਦਾ ਹੈ ਅਤੇ ਮੈਗਨੈਟਿਕ ਵੀ ਇਫੈਕਟ ਵੀ ਆ ਸਕਦਾ ਹੈ। ਬਟ ਇਹ ਜਿਹੜੀ ਫੋਰਸ ਹੈ ਇਹ ਕੀ ਹੈ ਹਮੇਸ਼ਾ ਦੋ ਇਲੈਕਟ੍ਰਿਕ ਚਾਰਜ ਹੈ ਆਪਣੇ ਕੋਲ, ਠੀਕ ਹੈ, ਟੂ ਇਲੈਕਟ੍ਰਿਕ ਚਾਰਜਿਸ ਉਹ ਕੀ ਹੋਣੇ ਚਾਹੀਦੇ ਐਟ ਰੈਸਟ ਦੇ ਉੱਪਰ, ਟੂ ਇਲੈਕਟ੍ਰਿਕ ਚਾਰਜਿਸ ਹੋਣੇ ਚਾਹੀਦੇ ਐਟ ਰੈਸਟ ਪੋਜੀਸ਼ਨ ਦੇ ਉੱਪਰ, ਦੈਨ ਉਹਨਾਂ ਦੇ ਵਿਚਕਾਰ ਜਿਹੜੀ ਫੋਰਸ ਲੱਗ ਰਹੀ ਹੈ ਉਹ ਆਪਣੇ ਕੋਲ ਕੀ ਹੈ ਇਲੈਕਟ੍ਰੋਮੈਗਨੈਟਿਕ ਫੋਰਸ ਹੈ, ਠੀਕ ਹੈ। ਹੁਣ ਸਪੋਜ਼ ਤੁਹਾਡੇ ਕੋਲ ਦੋ ਚਾਰਜ ਹੈ, ਸਪੋਜ਼ ਦਿਸ ਇਜ਼ Q1 ਐਂਡ ਦਿਸ ਇਜ਼ Q2, ਅਤੇ ਆਪਾਂ ਸਪੋਜ਼ ਕਰਕੇ ਚੱਲਦੇ ਹਾਂ ਵੀ ਇਹਨਾਂ ਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਹੈ ਉਹ ਤੁਹਾਡੇ ਕੋਲ R ਹੈ, ਤਾਂ ਇਲੈਕਟ੍ਰੋਮੈਗਨੈਟਿਕ ਜਿਹੜੀ ਫੋਰਸ ਹੈ F ਡਾਇਰੈਕਟਲੀ ਪ੍ਰਪੋਰਸ਼ਨ ਕਿਸ ਦੇ ਆ ਟੂ ਦਾ ਪ੍ਰੋਡਕਟ ਆਫ ਦੇਅਰ ਚਾਰਜਿਸ Q1 Q2 ਐਂਡ ਇਨਵਰਸਲੀ ਪ੍ਰਪੋਰਸ਼ਨਲ ਟੂ ਦਾ ਸਕੇਅਰ ਆਫ ਡਿਸਟੈਂਸ ਬਿਟਵੀਨ them 1/r ਸਕੇਅਰ ਆਫ ਡਿਸਟੈਂਸ ਬਿਟਵੀਨ them ਉਸਦੇ ਸਕੇਅਰ 'ਤੇ। ਹੁਣ ਆਪਾਂ ਇਸ ਨੂੰ ਕੰਬਾਈਨ ਕਰ ਲੈਣਾ, ਦਿਸ ਇਜ਼ ਅ ਫਸਟ ਐਂਡ ਦਿਸ ਇਜ਼ ਅ ਸੈਕਿੰਡ। ਕੰਬਾਈਨ ਕਰਨ ਤੋਂ ਬਾਅਦ F ਡਾਇਰੈਕਟਲੀ ਪ੍ਰਪੋਰਸ਼ਨ ਟੂ Q1 Q2 upon R ਸਕੇਅਰ। ਸਿਮਿਲਰਲੀ ਆਪਾਂ ਡਾਇਰੈਕਟਲੀ ਪ੍ਰਪੋਰਸ਼ਨ ਦਾ ਸਾਈਨ ਹਟਾ ਲੈਣਾ, F ਇਜ਼ ਇਕਵਲਸ ਟੂ ਕਿਸ ਦੇ ਆ K Q1 Q2 upon R ਸਕੇਅਰ, ਵੇਅਰ K ਇਜ਼ ਇਕਵਲਸ ਟੂ 1/4 epsilon naught। ਦੈਨ ਆਪਣੇ ਕੋਲ ਇਕੁਏਸ਼ਨ ਕੀ ਬਣ ਜਾਏਗੀ F ਇਜ਼ ਇਕਵਲਸ ਟੂ 1/4 epsilon naught Q1 Q2 upon R ਸਕੇਅਰ। ਇਹ ਤੁਹਾਡੇ ਕੋਲ ਕੀ ਹੈ ਇਲੈਕਟ੍ਰੋਮੈਗਨੈਟਿਕ ਫੋਰਸ ਆ ਗਈ, ਠੀਕ ਹੈ। ਹੁਣ ਇੱਥੇ ਜਿਹੜਾ ਆਪਣੇ ਕੋਲ ਐਪਸਾਈਲਨ ਨੋਟ ਹੈ ਉਹ ਤੁਹਾਡੇ ਕੋਲ ਕੀ ਹੈ ਐਬਸਲਿਊਟ, ਉਹ ਹੈਗਾ ਆਪਣੇ ਕੋਲ ਐਬਸਲਿਊਟ permittivity of free space, ਠੀਕ ਹੈ। ਐਂਡ ਇਸ ਦੀ ਵੈਲਿਊ ਯਾਦ ਰੱਖਣੀ ਹੈ ਐਪਸਾਈਲਨ ਨੋਟ ਦੀ ਤੁਹਾਡੇ ਕੋਲ ਕੀ ਹੈ 8.854 × 10⁻⁻12 ਕੂਲਮ ਸਕੇਅਰ ਪਰ ਨਿਊਟਨ ਮੀਟਰ ਸਕੇਅਰ। ਇਹ ਇਸ ਦੀ ਵੈਲਿਊ ਆਪਣੇ ਕੋਲ ਐਬਸਲਿਊਟ ਪਰਮਿਟਿਵਿਟੀ ਆਫ ਫ੍ਰੀ ਸਪੇਸ। ਹੁਣ ਆਪਣੇ ਕੋਲ ਕੀ ਹੈ ਅਗਰ ਆਪਾਂ ਇਸ ਦੀਆਂ ਪ੍ਰੋਪਰਟੀਜ਼ ਦੀ ਗੱਲ ਕਰੀਏ, ਫਸਟ ਪ੍ਰੋਪਰਟੀ ਕੀ ਹੈ ਓਬੇ ਇਨਵਰਸ ਸਕੇਅਰ ਲਾਅ, ਇਨਵਰਸ ਸਕੇਅਰ ਲਾਅ ਨੂੰ ਓਬੇ ਕਰ ਰਹੀ ਹੈ। ਸੈਕਿੰਡ ਪ੍ਰੋਪਰਟੀ ਕੀ ਹੈ ਇਹ ਜਿਹੜੀ ਫੋਰਸ ਹੈ ਤੁਹਾਡੇ ਕੋਲ ਅਟਰੈਕਟਿਵ ਵੀ ਹੋ ਸਕਦੀ ਹੈ, ਐਜ਼ ਵੈਲ ਐਜ਼ ਰਿਪਲਸਿਵ ਵੀ ਹੋ ਸਕਦੀ ਹੈ, ਠੀਕ ਹੈ, ਦੋਨੋਂ ਹੀ ਹੋ ਸਕਦੇ ਹੈ ਅਟਰੈਕਟਿਵ ਵੀ ਅਤੇ ਰਿਪਲਸਿਵ ਵੀ। ਅਤੇ ਥਰਡ ਪ੍ਰੋਪਰਟੀ ਹੈਗੀ ਹੈ ਲੌਂਗ ਰੇਂਜ ਫੋਰਸ,
ਆਪਣੇ ਕੋਲੇ ਜਿਹੜੀ ਇਲੈਕਟ੍ਰੋਮੈਗਨੈਟਿਕ ਫੋਰਸ ਹੈ ਉਹ ਲੌਂਗ ਰੇਂਜ ਫੋਰਸ ਹੈ। ਅਤੇ ਫੋਰਥ ਹੈਗੀ ਹੈ ਆਪਣੇ ਕੋਲੇ ਇਹ ਸੈਂਟਰਲ ਫੋਰਸ ਹੈ, ਸੈਂਟਰਲ ਫੋਰਸ। ਐਂਡ ਫਿਫਥ ਪ੍ਰੋਪਰਟੀ ਹੈ ਵੀ ਆਪਣੇ ਕੋਲੇ ਜਿਹੜੀ ਇਲੈਕਟ੍ਰੋਮੈਗਨੈਟਿਕ ਫੋਰਸ ਹੈ 10⁻36 ਟਾਈਮਸ ਜਿਹੜੀ ਆਪਾਂ ਕੀਤੀ ਸੀ ਵੀਕ ਫੋਰਸ, ਉਹ ਕੀ ਹੈ 10⁻25 ਟਾਈਮਸ ਸਟਰੋਂਗਰ ਹੈਗੀ ਹੈ ਗ੍ਰੈਵੀਟੇਸ਼ਨਲ ਫੋਰਸ ਦੇ ਨਾਲੋਂ। ਬਟ ਜਿਹੜੀ EM ਫੋਰਸ ਹੈ ਇਲੈਕਟ੍ਰੋਮੈਗਨੈਟਿਕ ਫੋਰਸ ਹੈ ਉਹ ਤੁਹਾਡੇ ਕੋਲੇ ਕੀ ਹੈ 10⁻36 ਟਾਈਮਸ ਸਟਰੋਂਗਰ ਹੈ, ਸਟਰੋਂਗਰ ਦੈਨ ਗ੍ਰੈਵੀਟੇਸ਼ਨਲ ਫੋਰਸ। ਠੀਕ ਹੈ। ਅਤੇ ਫੋਰਥ ਅਤੇ ਲਾਸਟ ਆ ਜਾਂਦੀ ਹੈ ਆਪਣੇ ਕੋਲੇ ਫੋਰਸ ਦਾ ਨਿਊਕਲੀਅਰ ਫੋਰਸ, ਦਾ ਨਿਊਕਲੀਅਰ ਫੋਰਸ ਜਾਂ ਸਟਰੋਂਗ ਨਿਊਕਲੀਅਰ ਫੋਰਸ ਆਪਾਂ ਇਸ ਨੂੰ ਕਹਿ ਸਕਦੇ ਹਾਂ। ਹੁਣ ਨਾਮ ਤੋਂ ਹੀ ਕਲੀਅਰ ਹੈ ਆਪਣੇ ਕੋਲੇ ਨਿਊਕਲੀਅਰ ਫੋਰਸ, ਇਹ ਜਿਹੜੀ ਫੋਰਸ ਹੈ ਇਹ ਆਪਣੇ ਕੋਲੇ ਆਪਰੇਟ ਕਰ ਰਹੀ ਹੈ ਇਨਸਾਈਡ ਦਾ ਨਿਊਕਲੀਅਸ। ਠੀਕ ਹੈ, ਜਿਹੜੀ ਆਪਣੇ ਕੋਲੇ ਕੀ ਕਰੂਗੀ ਆਪਰੇਟ ਇਨਸਾਈਡ ਦਾ ਨਿਊਕਲੀਅਸ, ਉਹ ਤੁਹਾਡੇ ਕੋਲੇ ਫੋਰਸ ਕਿਹੜੀ ਹੈਗੀ ਨਿਊਕਲੀਅਰ ਫੋਰਸ। ਠੀਕ ਹੈ, ਜਾਂ ਇਸ ਨੂੰ ਆਪਾਂ ਸਟਰੋਂਗ ਫੋਰਸ ਦਾ ਨਾਮ ਵੀ ਦੇ ਰਹੇ ਹਾਂ। ਹੁਣ ਆਪਣੀ ਇਸ ਦੀਆਂ ਕੁਝ ਪ੍ਰੋਪਰਟੀਜ਼ ਆਪਾਂ ਡਿਸਕਸ ਕਰਦੇ ਹਾਂ। ਤੁਹਾਡੇ ਕੋਲੇ ਫਸਟ ਪ੍ਰੋਪਰਟੀ ਹੈਗੀ ਹੈ, ਫਸਟ ਪ੍ਰੋਪਰਟੀ ਕੀ ਹੈ ਅਟਰੈਕਟਿਵ ਫੋਰਸ ਹੈ, ਅਟਰੈਕਟਿਵ ਫੋਰਸ। ਹੁਣ ਆਪਣੇ ਕੋਲੇ ਫੋਰਸ ਅਟਰੈਕਟਿਵ ਕਿਵੇਂ ਹੈ, ਜਿਵੇਂ ਤੁਹਾਡੇ ਕੋਲੇ ਨਿਊਕਲੀਅਸ ਹੈ, ਇਹ ਕੋਈ ਵੀ ਐਟਮ ਹੈ, ਐਟਮ ਦੇ ਅੰਦਰ ਆਪਣੇ ਕੋਲੇ ਨਿਊਕਲੀਅਸ ਹੈ। ਹੁਣ ਨਿਊਕਲੀਅਸ ਦੇ ਇਨਸਾਈਡ ਕੀ ਹੈ ਜਿੰਨੇ ਵੀ ਪਾਰਟੀਕਲ ਐਗਜ਼ਿਸਟ ਕਰ ਰਹੇ ਹੈ ਉਹ ਸਾਰੇ ਇੱਕ ਜਿਹੜੀ ਫੋਰਸ ਆਪਣੇ ਕੋਲੇ ਨਿਊਕਲੀਅਰ ਫੋਰਸ ਲੱਗ ਰਹੀ ਹੈ, ਸਟਰੋਂਗ ਨਿਊਕਲੀਅਰ ਫੋਰਸ ਲੱਗ ਰਹੀ ਹੈ, ਉਸ ਦੇ ਨਾਲ ਕੀ ਹੈ ਇੱਥੇ ਬੰਨੇ ਹੋਏ ਆ। ਉਹ ਹੁਣ ਆਪਣੇ ਕੋਲੇ ਇਹ ਜਿਹੜੇ ਪਾਰਟੀਕਲਸ ਨੇ ਉਹ ਨਿਊਕਲੀਅਸ ਤੋਂ ਬਾਹਰ ਕਿਉਂ ਨਹੀਂ ਆ ਰਹੇ, ਬਿਕੋਜ਼ ਨਿਊਕਲੀਅਰ ਫੋਰਸ ਦੇ ਕਾਰਨ। ਅਤੇ ਉਸ ਦਾ ਨੇਚਰ ਵੀ ਕੀ ਜਿਹੜਾ ਆਪਣੇ ਕੋਲ ਅਟਰੈਕਟਿਵ ਹੈ, ਹਮੇਸ਼ਾ ਉਹਨਾਂ ਨੂੰ ਕੀ ਹੈ ਬੰਨ੍ਹ ਕੇ ਰੱਖਦਾ ਨਿਊਕਲੀਅਸ ਦੇ ਅੰਦਰ। ਅਤੇ ਸੈਕਿੰਡ ਆਪਣੇ ਕੋਲ ਸ਼ਾਰਟ ਰੇਂਜ ਫੋਰਸ ਹੈ, ਸ਼ਾਰਟ ਰੇਂਜ ਫੋਰਸ। ਹੁਣ ਤੁਹਾਨੂੰ ਪਤਾ ਹੈ ਜਿਹੜਾ ਨਿਊਕਲੀਅਸ ਦਾ ਕੀ ਹੈ ਸਾਈਜ਼ ਆ ਉਹ ਕਿੰਨਾ ਹੈਗਾ 10⁻⁻15 ਮੀਟਰ। ਇਹ ਇਸੇ ਸਾਈਜ਼ ਦੇ ਅੰਦਰ ਇੰਨੇ ਡਿਸਟੈਂਸ ਦੇ ਅੰਦਰ ਆਪਣੇ ਕੋਲੇ ਕੀ ਹੈ ਜਿਹੜੀ ਨਿਊਕਲੀਅਰ ਫੋਰਸ ਹੈ ਉਹ ਐਗਜ਼ਿਸਟ ਕਰੇਗੀ, ਇਸ ਤੋਂ ਬਾਹਰ ਨਹੀਂ ਐਗਜ਼ਿਸਟ ਕਰੇਗੀ, ਇਸੇ ਕਰਕੇ ਸ਼ਾਰਟ ਰੇਂਜ ਫੋਰਸ ਹੈ। ਠੀਕ ਹੈ। ਅਤੇ ਥਰਡ ਇਸ ਦੀ ਪ੍ਰੋਪਰਟੀ ਹੈਗੀ ਹੈ ਨੋਨ ਸੈਂਟਰਲ ਫੋਰਸ, ਨੋਨ ਸੈਂਟਰਲ ਫੋਰਸ। ਫੋਰਥ ਪ੍ਰੋਪਰਟੀ ਹੈਗੀ ਹੈ ਆਪਣੇ ਕੋਲੇ ਇਹ ਜਿਹੜੀ ਫੋਰਸ ਹੈਗੀ ਹੈ ਸਟਰੋਂਗ ਫੋਰਸ ਜਾਂ ਨਿਊਕਲੀਅਰ ਫੋਰਸ, ਸਭ ਤੋਂ ਸਟਰੋਂਗੈਸਟ ਫੋਰਸ ਹੈ ਨੇਚਰ ਦੇ ਵਿੱਚ, ਸਟਰੋਂਗੈਸਟ ਫੋਰਸ ਇਨ ਨੇਚਰ। ਇਹ ਸੀ ਇਸ ਦੀਆਂ ਕੁਝ ਪ੍ਰੋਪਰਟੀਜ਼ ਨਿਊਕਲੀਅਰ ਫੋਰਸਿਸ ਦੀਆਂ। ਹੁਣ ਨੈਕਸਟ ਤੁਹਾਡੇ ਕੋਲੇ ਜਿਹੜਾ ਟੋਪਿਕ ਹੈਗਾ ਉਹ ਹੈਗਾ ਨੇਚਰ ਆਫ ਫਿਜ਼ੀਕਲ ਲਾਸ, ਨੇਚਰ ਆਫ ਫਿਜ਼ੀਕਲ ਲਾਸ। ਫਸਟ ਆਪਣੇ ਕੋਲੇ ਜਿਹੜਾ ਲਾਅ ਹੈਗਾ ਉਹ ਹੈ ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਹੁਣ ਇਹ ਕੀ ਹੈ, ਇਸ ਲਾਅ ਦੇ ਅਕੋਰਡਿੰਗ ਇਹ ਲਾਅ ਕੀ ਸਟੇਟ ਕਰ ਰਿਹਾ, ਕੋਈ ਵੀ ਆਪਣੇ ਕੋਲੇ ਸਿਸਟਮ ਹੈ, ਠੀਕ ਹੈ, ਸਪੋਜ਼ ਤੁਹਾਡੇ ਕੋਲੇ ਇਹ ਸਿਸਟਮ ਹੈ, ਅਗਰ ਇਸ ਦੇ ਵਿੱਚ ਆਪਣੀ ਜਿਹੜੀ ਬਾਹਰੋਂ ਫੋਰਸ ਲੱਗ ਰਹੀ ਹੈ ਐਕਸਟਰਨਲ ਫੋਰਸ ਹੈ, ਠੀਕ ਹੈ, ਐਕਸਟਰਨਲ ਫੋਰਸ, ਐਕਸਟਰਨਲ ਦਾ ਮੀਨਿੰਗ ਜਿਹੜੀ ਆਪਾਂ ਫੋਰਸ ਬਾਹਰੋਂ ਅਪਲਾਈ ਕਰ ਰਹੇ ਹਾਂ, ਅਗਰ ਇੱਥੇ ਕੀ ਹੈ ਕੋਈ ਵੀ ਐਕਸਟਰਨਲ ਫੋਰਸ ਆਪਾਂ ਨਹੀਂ ਬਾਹਰੋਂ ਅਪਲਾਈ ਕਰ ਰਹੇ, ਦੈਨ ਆਪਣੇ ਕੋਲੇ ਕੀ ਹੈ ਲੀਨੀਅਰ ਮੋਮੈਂਟਮ ਹੈਗਾ ਜਿਹੜਾ ਸਿਸਟਮ ਦਾ ਉਹ ਕੀ ਰਹਿਣਾ ਚਾਹੀਦਾ ਰਿਮੇਨਸ ਕੌਨਸਟੈਂਟ। ਠੀਕ ਹੈ, ਰਿਮੇਨਸ ਕੌਨਸਟੈਂਟ। ਅਗਰ ਆਪਣੇ ਕੋਲੇ ਕੀ ਹੈ ਜਿਹੜੀ ਆਪਾਂ ਕੋਈ ਵੀ ਨੋ ਐਕਸਟਰਨਲ ਫੋਰਸ ਲਗਾ ਰਹੇ ਹਾਂ ਸਿਸਟਮ ਦੇ ਉੱਪਰ, ਦੈਨ ਆਪਣੇ ਕੋਲੇ ਕੀ ਹੈ ਲੀਨੀਅਰ ਮੋਮੈਂਟਮ ਹੈ ਜਿਹੜਾ ਸਿਸਟਮ ਦਾ ਉਹ ਆਪਣੇ ਕੋਲੇ ਕੀ ਰਹੇਗਾ ਕੌਨਸਟੈਂਟ, ਰਿਮੇਨਸ ਕੌਨਸਟੈਂਟ। ਹੁਣ ਸਪੋਜ਼ ਤੁਹਾਡੇ ਕੋਲੇ ਸਿਸਟਮ ਦੇ ਵਿੱਚ ਦੋ ਬੋਡੀਜ਼ ਹੈ, ਠੀਕ ਹੈ, ਕੋਈ ਵੀ ਸਿਸਟਮ ਹੈ, ਸਿਸਟਮ ਦੇ ਵਿੱਚ ਦੋ ਬੋਡੀਜ਼ ਹੈ, ਦੋ ਬੋਡੀਜ਼ ਨੇ। ਹੁਣ ਆਪਾਂ ਜਿਹੜੀ ਐਕਸਟਰਨਲ ਫੋਰਸ ਹੈ ਉਸਦੀ ਵੈਲਿਊ 0 ਹੈ, ਨੋ ਐਕਸਟਰਨਲ ਫੋਰਸ ਐਕਟ, ਠੀਕ ਹੈ, ਸਿਸਟਮ ਦੇ ਉੱਪਰ। ਬਟ
ਹੁਣ ਜਿਹੜਾ ਆਪਣੇ ਕੋਲੇ ਬੋਡੀਜ਼ ਹੈ ਆਪਸ ਦੇ ਵਿੱਚ ਮਿਊਚੁਅਲੀ ਇੰਟਰੈਕਟ ਹੋਣਗੀਆਂ, ਇਹਨਾਂ ਦਾ ਇੱਕ ਦੂਜੇ 'ਤੇ ਕੋਈ ਨਾ ਕੋਈ ਇਫੈਕਟ ਹੋਵੇਗਾ। ਉਸ ਇਫੈਕਟ ਦੇ ਕਾਰਨ ਇਸ ਨੇ ਕੀ ਕਰਨਾ ਹੈ, ਆਪਣੀ ਜਿਹੜੀ ਲੀਨੀਅਰ ਮੋਮੈਂਟਮ ਹੈ ਉਹ ਕੁਛ ਨਾ ਕੁਛ ਕੀ ਹੋਏਗੀ, ਚੇਂਜ ਹੋਏਗੀ। ਇਹਨਾਂ ਦੋਨਾਂ ਬੋਡੀਜ਼ ਦੀ ਲੀਨੀਅਰ ਮੋਮੈਂਟਮ ਕੁਛ ਨਾ ਕੁਛ ਚੇਂਜ ਹੋਏਗੀ ਡਿਊ ਟੂ ਇੰਟਰੈਕਸ਼ਨ ਦੇ ਕਾਰਨ, ਮਿਊਚੁਅਲੀ ਇੰਟਰੈਕਸ਼ਨ ਦੇ ਕਾਰਨ। ਹੁਣ ਬਟ ਜਿਹੜਾ ਇਹਨਾਂ ਦਾ ਨੈਟ ਮੋਮੈਂਟਮ ਹੈ ਸਿਸਟਮ ਦਾ, ਇਹ ਤਾਂ ਆਪਾਂ ਬੋਡੀਜ਼ ਦੀ ਗੱਲ ਕਰ ਰਹੇ ਹਾਂ, ਜਿਹੜਾ ਪੂਰੇ ਸਿਸਟਮ ਦਾ ਆਪਣੇ ਕੋਲੇ ਲੀਨੀਅਰ ਮੋਮੈਂਟਮ ਹੈ ਉਹ ਤੁਹਾਡੇ ਕੋਲੇ ਕੀ ਰਹੇਗਾ, ਰਿਮੇਨਸ ਅਨਚੇਂਜਡ, ਮਤਲਬ ਆਪਣੇ ਕੋਲੇ ਰਿਮੇਨਸ ਕੌਨਸਟੈਂਟ। ਇਸ ਦੀ ਜਿਹੜੀ ਐਗਜ਼ਾਮਪਲ ਹੈ ਉਹ ਤੁਹਾਡੇ ਕੋਲੇ ਕੀ ਹੈ, ਹੁਣ ਸਪੋਜ਼ ਕੋਈ ਵੀ ਹੈਵੀ ਨਿਊਕਲੀਅਸ ਹੈ, ਠੀਕ ਹੈ, ਹੈਵੀ ਆਪਣੇ ਕੋਲੇ ਕੀ ਹੈਗਾ, ਨਿਊਕਲੀਅਸ ਹੈ, ਉਹ ਡਿਸਇੰਟੀਗ੍ਰੇਟ ਹੋ ਗਿਆ। ਆਪਣੇ ਕੋਲੇ ਦੋ ਜਿਹੜੇ ਸਮੌਲ ਹੈ, ਦੋ ਸਮੌਲ ਪਲੱਸ ਸਮੌਲ ਨਿਊਕਲੀਆਈ ਦੇ ਵਿੱਚ ਡਿਸਇੰਟੀਗ੍ਰੇਟ ਹੋ ਗਿਆ, ਠੀਕ ਹੈ। ਤਾਂ ਇਹ ਐਗਜ਼ਾਮਪਲ ਤੁਹਾਡੀ ਕੀ ਹੈ, ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੀ ਹੈ। ਹੁਣ ਆਪਣੇ ਕੋਲੇ ਕੀ ਹੈ, ਇਹਨਾਂ ਦੀ ਜੇ ਆ ਜਿਹੜੇ ਸਮੌਲ ਨਿਊਕਲੀਅਸ ਆਪਣੇ ਕੋਲੇ ਡਿਸਇੰਟੀਗ੍ਰੇਟ ਹੋਇਆ ਹੈਵੀ ਨਿਊਕਲੀਅਰ, ਇਹਨਾਂ ਦੀ ਡਾਇਰੈਕਸ਼ਨ ਕੀ ਹੈ, ਸਪੋਜ਼ ਜੇ ਇੱਕ ਦੀ ਡਾਇਰੈਕਸ਼ਨ ਇਹ ਵਾਲੀ ਹੈ ਤਾਂ ਸੈਕਿੰਡ ਦੀ ਡਾਇਰੈਕਸ਼ਨ ਇਹ ਵਾਲੀ ਹੋਵੇਗੀ। ਇਹਨਾਂ ਦੀ ਡਾਇਰੈਕਸ਼ਨ ਅਪੋਜ਼ਿਟ ਹੈ, ਦੈਟ ਮੀਨਸ ਆਪਣੇ ਕੋਲੇ ਕੀ ਹੈ, ਇਹ ਜਿਹੜੀ ਐਗਜ਼ਾਮਪਲ ਹੈਗੀ ਹੈ ਇਹ ਕੀ ਆ, ਓਬੇ ਕਰ ਰਹੀ ਹੈ ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਸੈਕਿੰਡ ਤੁਹਾਡੇ ਕੋਲੇ ਹੈਗਾ ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ। ਇਹ ਜਿਹੜਾ ਆਪਣੇ ਕੋਲੇ ਲਾਅ ਹੈ ਉਹ ਕੀ ਸਟੇਟ ਕਰ ਰਿਹਾ ਹੈ, ਐਨਰਜੀ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਡਿਸਟਰੋਏ। ਨਾ ਤਾਂ ਆਪਣੀ ਜਿਹੜੀ ਐਨਰਜੀ ਹੈ ਉਹ ਆਪਾਂ ਕੀ ਹੈ, ਕ੍ਰੀਏਟ ਕਰ ਸਕਦੇ ਹਾਂ, ਅਤੇ ਨਾ ਹੀ ਜਿਹੜੀ ਆਪਾਂ ਐਨਰਜੀ ਆ ਉਹ ਤੁਹਾਡੇ ਕੋਲ ਕੀ ਹੈ, ਡਿਸਟਰੋਏ ਹੋ ਸਕਦੀ ਹੈ, ਨਾ ਹੀ ਖਤਮ ਹੋ ਸਕਦੀ ਹੈ ਅਤੇ ਨਾ ਹੀ ਆਪਾਂ ਬਣਾ ਸਕਦੇ ਹਾਂ। ਬਟ ਇੱਕ ਫਾਰਮ ਤੋਂ ਲੈ ਕੇ ਦੂਜੀ ਜਿਹੜੀ ਫਾਰਮ ਹੈ ਉਸ ਦੇ ਵਿੱਚ ਚੇਂਜ ਹੋ ਸਕਦੀ ਹੈ। ਇਟ ਮੇ ਚੇਂਜ ਫਰੋਮ ਵਨ ਫਾਰਮ ਟੂ ਅਨਦਰ। ਇਹ ਤੁਹਾਡੇ ਕੋਲ ਕੀ ਹੈ, ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ ਹੈ, ਠੀਕ ਹੈ। ਇਸ ਦੀ ਐਗਜ਼ਾਮਪਲ ਕੀ ਹੈ, ਹੁਣ ਤੁਹਾਡੇ ਕੋਲ ਸਪੋਜ਼ ਕੋਈ ਵੀ ਬੋਡੀ ਹੈ, ਵੈਨ ਅ ਬੋਡੀ ਫਾਲਸ ਫਰੀਲੀ ਅੰਡਰ ਗ੍ਰੈਵਿਟੀ। ਜਦੋਂ ਆਪਣੇ ਕੋਲ ਕੋਈ ਵੀ ਬੋਡੀ ਹੈ ਫਾਲ ਕਰ ਰਹੀ ਹੈ ਨੀਚੇ ਨੂੰ ਅੰਡਰ ਆ ਗ੍ਰੈਵਿਟੀ, ਦੈਨ ਆਪਣੇ ਕੋਲ ਮਕੈਨੀਕਲ ਐਨਰਜੀ ਹੈ ਜਿਹੜੀ ਉਸ ਬੋਡੀ ਦੀ, ਮਕੈਨੀਕਲ ਐਨਰਜੀ ਮੀਨਸ ਸਮ ਆਫ ਕਿਨੈਟਿਕ ਪਲੱਸ ਪੋਟੈਂਸ਼ੀਅਲ ਐਨਰਜੀ, ਉਹ ਕੀ ਹੈ, ਰਿਮੇਨਸ ਕੌਨਸਟੈਂਟ ਥਰੂ ਆਊਟ ਇਟਸ ਮੋਸ਼ਨ। ਅਤੇ ਥਰਡ ਆਪਣੇ ਕੋਲ ਜਿਹੜਾ ਲਾਅ ਹੈਗਾ ਉਸ ਦਾ ਨੇਮ ਹੈ ਲਾਅ ਆਫ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ। ਲਾਅ ਆਫ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ। ਹੁਣ ਇਸ ਲਾਅ ਦੇ ਅਕੋਰਡਿੰਗ ਆਪਣੇ ਕੋਲ ਕੀ ਹੈ, ਜਦੋਂ ਕੋਈ ਵੀ ਜਿਹੜਾ ਸਿਸਟਮ ਹੈ ਉਸ ਦੇ ਉੱਪਰ ਨੋ ਐਕਸਟਰਨਲ ਟਾਰਕ ਐਕਟਸ ਔਨ ਅ ਸਿਸਟਮ, ਕੋਈ ਵੀ ਸਿਸਟਮ ਹੈ ਉਸ ਦੇ ਉੱਪਰ ਜਦੋਂ ਨੋ ਐਕਸਟਰਨਲ ਟਾਰਕ ਅਪਲਾਈ ਕਰ ਰਹੇ ਹਾਂ ਆਪਾਂ, ਦੈਨ ਟੋਟਲ ਐਂਗੂਲਰ ਮੋਮੈਂਟਮ ਹੈ ਜਿਹੜਾ ਸਿਸਟਮ ਦਾ ਉਹ ਕੀ ਰਹਿਣਾ ਚਾਹੀਦਾ, ਕੌਨਸਟੈਂਟ, ਠੀਕ ਹੈ। ਆਪਣੇ ਕੋਲ ਕੋਈ ਵੀ ਸਿਸਟਮ ਹੈ ਜਦੋਂ ਆਪਣੇ ਕੋਲ ਕੀ ਹੈ, ਨੋ ਐਕਸਟਰਨਲ ਟਾਰਕ ਐਕਟਸ ਔਨ ਅ ਸਿਸਟਮ, ਜਦੋਂ ਬਾਹਰੋਂ ਕੋਈ ਵੀ ਐਕਸਟਰਨਲ ਟਾਰਕ ਅਪਲਾਈ ਨਹੀਂ ਹੋ ਰਹੀ, ਦੈਨ ਕੀ ਹੈ, ਆਪਣਾ ਟੋਟਲ ਜਿਹੜਾ ਐਂਗੂਲਰ ਮੋਮੈਂਟਮ ਹੈ ਸਿਸਟਮ ਦਾ ਉਹ ਕੀ ਹੈ, ਰਿਮੇਨਸ ਕੌਨਸਟੈਂਟ। ਤਾਂ ਇਹ ਕੀ ਹੈ ਆਪਣੇ ਕੋਲ ਲਾਅ ਆਫ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ। ਇਸ ਦੀ ਐਗਜ਼ਾਮਪਲ ਕੀ ਹੈ ਤੁਹਾਡੇ ਕੋਲ, ਇਸ ਦੀ ਐਗਜ਼ਾਮਪਲ ਹੈ ਕੋਈ ਵੀ ਪਲੈਨਟ, ਠੀਕ ਹੈ, ਕੋਈ ਵੀ ਪਲੈਨਟ ਮੂਵ ਕਰ ਰਿਹਾ ਅਰਾਊਂਡ ਦਾ ਸਨ, ਆਪਣੇ ਕੋਲ ਕੋਈ ਵੀ ਪਲੈਨਟ ਘੁੰਮ ਰਿਹਾ ਇਨ ਐਲਿਪਟੀਕਲ ਔਰਬਿਟ ਦੇ ਵਿੱਚ, ਠੀਕ ਹੈ। ਤਾਂ ਉਸ ਦੀ ਜਿਹੜੀ ਵੈਲੋਸਿਟੀ ਹੈ ਪਲੈਨਟ ਦੀ ਉਹ ਇਨਕਰੀਜ਼ ਕਰ ਰਹੀ ਹੈ ਜਦੋਂ ਉਹ ਸਨ ਦੇ ਨੇੜੇ ਆ ਰਿਹਾ, ਨੀਅਰ ਟੂ ਦਾ ਸਨ, ਬਟ ਡਿਕਰੀਜ਼ ਕਰ ਰਹੀ ਹੈ ਜਦੋਂ ਕੀ ਹੈ ਸਨ ਤੋਂ ਅਵੇ ਹੋ ਗਿਆ। ਤਾਂ ਇੱਥੇ ਕੀ ਹੈ ਆਪਣੇ ਕੋਲ ਲਾਅ ਆਫ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ। ਕੋਈ ਵੀ ਤੁਹਾਡੇ ਕੋਲ ਪਲੈਨਟ ਹੈ ਐਲਿਪਟੀਕਲ ਪਾਥ ਦੇ ਵਿੱਚ ਸਨ ਦੇ ਅਰਾਊਂਡ ਕੀ ਹੈ, ਮੂਵ ਕਰ ਰਹੀ ਹੈ, ਜਦੋਂ ਸਨ ਦੇ ਨੇੜੇ ਆਏਗਾ ਦੈਨ ਉਸ ਦੀ ਜਿਹੜੀ ਵੈਲੋਸਿਟੀ ਇਨਕਰੀਜ਼ ਹੋ ਰਹੀ ਹੈ, ਅਗਰ ਉਹ ਸਨ ਤੋਂ ਦੂਰ ਜਾ ਰਿਹਾ ਦੈਨ ਉਸ ਦੀ ਵੈਲੋਸਿਟੀ ਕੀ ਹੈ, ਡਿਕਰੀਜ਼ ਹੋ ਰਹੀ ਹੈ। ਤੁਹਾਡੇ ਕੋਲ ਕੀ ਹੈ, ਲਾਅ ਆਫ ਕੰਜ਼ਰਵੇਸ਼ਨ ਐਂਗੂਲਰ ਮੋਮੈਂਟਮ ਦੀ ਐਗਜ਼ਾਮਪਲ, ਠੀਕ ਹੈ।